Hello, dear students. In the series of chapter 5th lesson, ਅੱਜ ਜਿਹੜਾ ਅਗਲਾ ਟੌਪਿਕ ਮੈਂ ਲਿਆ ਹੈ ਉਹ ਲਿਆ ਹੈ ਤੁਹਾਡਾ ਵੈਰੀ ਇੰਪੋਰਟੈਂਟ ਟੌਪਿਕ ਆਧੁਨਿਕ ਆਵਰਤੀ ਸਾਰਣੀ ਬੇਟਾ। ਔਰ ਇਸ 'ਚ ਆਪਾਂ ਡਿਸਕਸ ਕਰਾਂਗੇ ਕਿ ਕਿੱਦਾਂ ਆਧੁਨਿਕ ਆਵਰਤੀ ਸਾਰਣੀ ਨੇ ਜਿਹੜਾ ਮੈਂਡਲਿਫ ਸੀ, ਨਿਊਲੈਂਡ ਸੀ ਜਾਂ ਡੋਬਨਰ ਸੀ, ਉਹਨਾਂ ਸਾਰਿਆਂ ਦੀ ਪ੍ਰੋਬਲਮਸ ਨੂੰ ਹੱਲ ਕਰਕੇ ਇੱਕ ਸਾਨੂੰ ਇੱਦਾਂ ਦਾ ਪੀਰੀਓਡਿਕ ਟੇਬਲ ਦੇ ਦਿੱਤਾ ਜਿਹਦੇ ਨਾਲ ਜਿੰਨੇ ਵੀ ਨੋਨ ਐਲੀਮੈਂਟਸ ਹੁਣ ਤੱਕ ਹੈ ਉਹਨਾਂ ਨੂੰ ਆਪਾਂ ਬਹੁਤ ਈਜ਼ੀਲੀ ਸਮਝ ਪਾ ਰਹੇ ਹਾਂ। ਬੇਟਾ ਆਧੁਨਿਕ ਆਵਰਤੀ ਸਾਰਣੀ ਦੀ ਅੱਜ ਗੱਲ ਕਰਨ ਜਾ ਰਹੀ ਹਾਂ ਤੁਹਾਡੇ ਨਾਲ, ਜਿਹਨੂੰ ਆਪਾਂ ਕਹਿੰਦੇ ਆ ਦ ਮਾਡਰਨ ਪੀਰੀਓਡਿਕ ਟੇਬਲ। ਇਹਨੂੰ ਆਪਾਂ ਕਹਿੰਦੇ ਆ ਮਾਡਰਨ ਪੀਰੀਓਡਿਕ ਟੇਬਲ ਆਵਰਤੀ ਸਾਰਣੀ ਨੂੰ, ਠੀਕ ਹੈ, ਆਧੁਨਿਕ ਆਵਰਤੀ ਸਾਰਣੀ ਨੂੰ। ਬੇਟਾ 1913 ਵਿੱਚ ਇਹ ਸਾਰਣੀ ਹੈਨਰੀ ਮੌਜ਼ਲੇ ਨੇ ਬੇਸਿਕਲੀ ਇਨਵੈਂਟ ਕੀਤੀ ਤੇ ਇਹਦੀ ਬੇਸਿਕਲੀ ਇਹਦਾ ਕੀ ਆਧਾਰ ਸੀ? ਇਸ ਦਾ ਆਧਾਰ ਸੀ ਕਿ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਅੰਕਾਂ ਦੇ ਆਵਰਤੀ ਫੰਕਸ਼ਨ ਜਾਂ ਫਲਨ ਹੁੰਦੇ ਨੇ। ਬੇਟਾ ਹੁਣ ਤੱਕ ਮੈਂ ਤੁਹਾਡੇ ਨਾਲ ਪਰਮਾਣੂ ਅੰਕ ਵਰਡ ਯੂਜ਼ ਨਹੀਂ ਕੀਤਾ। ਬੇਸਿਕਲੀ ਮੈਂ ਤੁਹਾਡੇ ਨਾਲ ਯੂਜ਼ ਕਿਹੜਾ ਵਰਡ ਕੀਤਾ? ਪਰਮਾਣੂ ਪੁੰਜ, ਠੀਕ ਹੈ। ਪਰਮਾਣੂ ਅੰਕ ਲਾਈਕ ਕਿੱਦਾਂ ਕਿ ਜੇ ਮੈਂ ਸੋਡੀਅਮ ਦੀ ਗੱਲ ਕਰਾਂ ਤੇ ਉਹਦਾ ਪਰਮਾਣੂ ਅੰਕ ਹੈ 11, ਠੀਕ ਹੈ। ਤੇ ਜੇ ਮੈਂ ਇਹਦੇ ਪਰਮਾਣੂ ਪੁੰਜ ਦੀ ਗੱਲ ਕਰਾਂ ਤੇ 23। ਇਹ ਪਹਿਲੀ ਇੱਦਾਂ ਦੀ ਪੀਰੀਓਡਿਕ ਟੇਬਲ, ਇੱਦਾਂ ਦੀ ਆਧੁਨਿਕ ਆਵਰਤੀ ਸਾਰਣੀ ਸੀ ਜਿਨੇ ਸਾਰੇ ਐਲੀਮੈਂਟਸ ਨੂੰ ਉਹਨਾਂ ਦੇ ਪਰਮਾਣੂ ਅੰਕਾਂ ਦੇ ਫਲਨ ਦੇ ਹਿਸਾਬ ਦੇ ਨਾਲ ਰੱਖਿਆ, ਠੀਕ ਹੈ ਬੇਟਾ। ਕਿ ਲਾਈਕ ਜਿੱਦਾਂ ਹਾਈਡਰੋਜਨ ਦਾ 1 ਹੈ ਤੇ ਉਹਦਾ ਉਹਨੇ ਪਹਿਲੇ ਨੰਬਰ ਤੇ ਰੱਖਿਆ, ਹੀਲੀਅਮ ਦਾ 2 ਹੈ ਤੇ ਉਹਦਾ ਉਹਨੇ ਦੂਜੇ ਨੰਬਰ ਤੇ ਰੱਖਿਆ। ਬੇਟਾ ਤੁਸੀਂ ਇਹ ਕਿੱਦਾਂ ਯਾਦ ਕਰਨੇ ਹੈ? ਬਹੁਤ ਹੀ ਸ਼ਾਰਟ ਟਿਪਸ ਐਂਡ ਟ੍ਰਿਕਸ ਇਸ ਚੈਨਲ ਦੇ ਉੱਤੇ ਦਿੱਤੇ ਹੋਏ ਨੇ। ਪਹਿਲੇ 20 ਐਲੀਮੈਂਟਸ ਯਾਦ ਕਰਨ ਦੇ, ਪੀਰੀਓਡਿਕ ਟੇਬਲ ਯਾਦ ਕਰਨ ਦੇ। ਤਾਂ ਉਹਨੂੰ ਦੇਖ ਕੇ ਅੱਜ ਤੁਸੀਂ ਪਹਿਲਾ ਕੰਮ ਇਹ ਕਰਨਾ ਹੈ ਕਿ ਪਹਿਲੇ 20 ਜਿਹੜੇ ਐਲੀਮੈਂਟਸ ਹੈ, ਤੱਤ ਹੈ, ਉਹਨਾਂ ਨੂੰ ਯਾਦ ਕਰਨੇ ਆ। ਜਦੋਂ ਮੈਂ ਚੈਪਟਰ ਸ਼ੁਰੂ ਕੀਤਾ ਸੀ ਬੇਟਾ ਆਧੁਨਿਕ ਆਵਰਤੀ ਸਾਰਣੀ ਇਜ਼ ਦਿਸ, ਜਦੋਂ ਮੈਂ ਚੈਪਟਰ ਸ਼ੁਰੂ ਕੀਤਾ ਸੀ ਔਰ ਮੈਂ ਤੁਹਾਨੂੰ ਇਹ ਪੂਰੀ ਕਲੀਅਰ ਕੀਤੀ ਸੀ ਆਧੁਨਿਕ ਆਵਰਤੀ ਸਾਰਣੀ 'ਚ ਕੀ ਸਥਿਤੀ ਸੀ ਸਾਡੇ ਕੋਲ। ਜੇ ਮੈਂ ਗੱਲ ਕਰਾਂ ਤੇ 18 ਗਰੁੱਪ ਨੇ, ਠੀਕ ਹੈ। 18 ਗਰੁੱਪ ਸੀ। ਆ ਦੇਖੋ 18 ਲੰਬਾਤਮਕ ਕਾਲਮ ਸੀ ਜਿਨ੍ਹਾਂ ਨੂੰ ਅਸੀਂ ਗਰੁੱਪ ਕਹਿੰਦੇ ਹਾਂ, ਅਤੇ 7 ਖਤਿਜੀ ਕਤਾਰਾਂ ਸਨ ਜਿਨ੍ਹਾਂ ਨੂੰ ਆਪਾਂ ਪੀਰੀਅਡ ਕਹਿੰਦੇ ਹਾਂ, ਠੀਕ ਹੈ ਬੇਟਾ। ਹੁਣ ਇਹ ਤੁਸੀਂ ਬਹੁਤ ਧਿਆਨ ਨਾਲ ਸਮਝਣੇ ਹੈ। 18 ਗਰੁੱਪ ਸੀ ਤੇ 7 ਕੀ ਸੀ? ਪੀਰੀਅਡ ਹੈ। ਮੈਂ ਸਾਰੀ ਆਧੁਨਿਕ ਆਵਰਤੀ ਤੁਹਾਨੂੰ ਸਮਝਾਵਾਂਗੀ, ਪਰ ਸਭ ਤੋਂ ਪਹਿਲੇ ਆਪਾਂ ਥੋੜੇ ਜਿਹੇ ਕੁਐਸਚਨਸ ਇਹਨਾਂ ਦੋਨਾਂ ਰਿਲੇਟਿਡ ਕਰ ਲਈਏ, ਠੀਕ ਹੈ ਬੇਟਾ। ਦਿਸ ਇਜ਼ ਯੂਅਰ ਆਧੁਨਿਕ ਆਵਰਤੀ ਸਾਰਣੀ, ਜਿਹਦੇ ਮੈਂ ਉਹੀ ਨੋਟਸ ਕੰਟੀਨਿਊ ਕਰਨ ਜਾ ਰਹੀ ਹਾਂ ਤੁਹਾਡੇ ਨਾਲ। ਤੇ ਆਪਾਂ ਦੇਖੀਏ ਆਧੁਨਿਕ ਆਵਰਤੀ ਸਾਰਣੀ ਦਾ ਪਹਿਲਾ ਕੁਐਸਚਨ ਕੀ ਲਿਆ ਗਿਆ ਹੈ। ਆਧੁਨਿਕ ਆਵਰਤੀ ਸਾਰਣੀ ਦੁਆਰਾ ਕਿਸ ਤਰ੍ਹਾਂ ਮੈਂਡਲਿਫ ਦੀ ਜਿਹੜੀ ਸਾਰਣੀ ਸੀ ਉਹਦੀਆਂ ਖਾਮੀਆਂ ਨੂੰ ਉਹਨੇ ਦੂਰ ਕੀਤਾ, ਠੀਕ ਹੈ। ਪਹਿਲੇ ਤਾਂ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਆਧੁਨਿਕ ਆਵਰਤੀ ਸਾਰਣੀ 'ਚ। ਆਧੁਨਿਕ ਆਵਰਤੀ ਸਾਰਣੀ ਦਿੱਤੀ ਸੀ ਹੈਨਰੀ ਮੌਜ਼ਲੇ ਨੇ, ਮੈਂਡਲਿਫ ਦਿੱਤੀ ਸੀ ਤੁਹਾਡੀ ਕਿੰਨੇ? ਮੈਂਡਲਿਫ ਨੇ। ਆਧੁਨਿਕ ਆਵਰਤੀ ਸਾਰਣੀ ਜਿਹੜੀ ਸੀ ਉਹ ਪਰਮਾਣੂ ਅੰਕ ਦੀ ਗੱਲ ਕਰਦੀ ਸੀ। ਮੈਂਡਲਿਫ ਦੀ ਜਿਹੜੀ ਸਾਰਣੀ ਸੀ ਉਹ ਪਰਮਾਣੂ ਪੁੰਜ ਦੀ ਗੱਲ ਕਰਦੀ ਸੀ, ਠੀਕ ਹੈ। ਆਧੁਨਿਕ ਆਵਰਤੀ ਸਾਰਣੀ ਜਿਹੜੀ ਸੀ ਉਹ 'ਚ ਸਾਡੇ 18 ਗਰੁੱਪ ਤੇ 7 ਪੀਰੀਅਡ ਹਨ, ਹਨਾ, ਠੀਕ ਹੈ ਬੇਟਾ। ਚਲੋ ਲੈਟ ਅਸ ਸਟਾਰਟ। ਮੈਂਡਲਿਫ ਦੀ ਆਵਰਤੀ ਸਾਰਣੀ ਦੀ ਜਿਹੜੀ ਮੈਂ ਗੱਲ ਕਰ ਰਹੀ ਹਾਂ ਉਹ ਪਰਮਾਣੂ ਪੁੰਜ ਤੇ ਹੈ, ਜਦਕਿ ਮੌਜ਼ਲੇ ਦੀ ਆਧੁਨਿਕ ਆਵਰਤੀ ਸਾਰਣੀ ਪਰਮਾਣੂ ਸੰਖਿਆ ਜਾਂ ਪਰਮਾਣੂ ਅੰਕ, ਅਟੋਮਿਕ ਨੰਬਰ ਕਹਿੰਦੇ ਆ। ਉਦਾਹਰਨ ਮੈਂ ਤੁਹਾਨੂੰ ਦੇਤੀ ਕਿ ਜਿੱਦਾਂ ਸੋਡੀਅਮ ਦਾ ਅਟੋਮਿਕ ਨੰਬਰ 11 ਹੈ ਤੇ ਉਹਦਾ ਪਰਮਾਣੂ ਪੁੰਜ ਕਿੰਨਾ? 23। ਇਸੇ ਤਰ੍ਹਾਂ ਆਧੁਨਿਕ ਆਵਰਤੀ ਸਾਰਣੀ ਵਿੱਚ ਮੈਂਡਲਫ ਵੱਲੋਂ ਦਿੱਤੀ ਸਾਰਣੀ ਦੀ ਤਰੁੱਟੀਆਂ ਨੂੰ ਦੂਰ ਕੀਤਾ ਗਿਆ। ਕਿੱਦਾਂ ਦੂਰ ਕੀਤਾ ਗਿਆ? ਲਓ ਜੀ, ਪਹਿਲੀ ਗੱਲ ਕਰਦੇ ਹਾਂ। ਮੈਂਡਲਿਫ ਦੀ ਤਰੁੱਟੀਆਂ ਮੈਂ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਕਰਾਈਆਂ ਸੀ ਲਿਮਿਟੇਸ਼ਨਸ, ਕਿ ਮੈਂਡਲਿਫ ਨੇ ਨਾ ਸਮਸਥਾਨਕ ਨੂੰ ਸਹੀ ਜਗ੍ਹਾ ਨਹੀਂ ਦਿੱਤੀ। ਆਧੁਨਿਕ ਆਵਰਤੀ ਸਾਰਣੀ ਵਿੱਚ ਸਾਰੇ ਸਮਸਥਾਨਕਾਂ ਨੂੰ ਇੱਕੋ ਹੀ ਸਥਾਨ ਤੇ ਰੱਖਾ ਗਿਆ ਕਿਉਂਕਿ ਉਹਨਾਂ ਵਿੱਚ ਪ੍ਰੋਟੋਨਾਂ ਦੀ ਸੰਖਿਆ ਹਮੇਸ਼ਾ ਬਰਾਬਰ ਹੁੰਦੀ ਹੈ, ਠੀਕ ਹੈ ਨਾ। ਜਿੱਦਾਂ ਉਹਨੇ ਸਮਸਥਾਨਕ ਨੂੰ ਕਲੀਅਰ ਨਹੀਂ ਕੀਤਾ ਮੈਂਡਲਿਫ ਨੇ, ਇਹਨੇ ਸਮਸਥਾਨਕ ਯਾਨੀ ਆਈਸੋਟੋਪਸ ਨੂੰ ਇੱਕੋ ਹੀ ਸਥਾਨ ਤੇ ਰੱਖਿਆ, ਠੀਕ ਹੈ। ਆਰਗਨ ਅਤੇ ਪੋਟਾਸ਼ੀਅਮ ਦੀ ਪਰਮਾਣੂ ਸੰਖਿਆ ਲੜੀਵਾਰ 18 ਤੇ 19 ਹੈ। ਤੱਤਾਂ ਦੀ ਵੱਧਦੀ ਹੋਈ ਪਰਮਾਣੂ ਸੰਖਿਆ ਦੇ ਆਧਾਰ ਤੇ ਵਿਵਸਥਿਤ ਕਰਨ ਦੇ ਨਾਲ ਆਰਗਨ ਪਹਿਲਾਂ ਆ ਜਾਂਦਾ ਹੈ ਤੇ ਪੋਟਾਸ਼ੀਅਮ ਦਾ ਸਥਾਨ ਪਿੱਛੇ ਰਹਿ ਜਾਂਦਾ ਹੈ, ਜਦੋਂ ਕਿ ਦੋਵਾਂ ਤੱਤਾਂ ਦੇ ਪੁੰਜ ਇਸ ਦੇ ਉਲਟ ਹਨ। ਨਵੀਂ ਸਾਰਣੀ ਵਿੱਚ ਇਸ ਦੋਸ਼ ਨੂੰ ਦੂਰ ਕੀਤਾ ਗਿਆ ਕਿ ਜਿਹੜੀ ਪ੍ਰੋਬਲਮ ਮੈਂਡਲਿਫ ਦੇ ਵਿੱਚ ਸੀ ਪੋਟਾਸ਼ੀਅਮ ਦੀ ਤੇ ਤੁਹਾਡੀ ਆਰਗਨ ਦੀ, ਉਸ ਨੂੰ ਹੈਨਰੀ ਮੌਜ਼ਲੇ ਨੇ ਦੂਰ ਕਰ ਦਿੱਤਾ। ਉਹਨੇ ਕੀ ਕੀਤਾ ਕਿ ਜਿੱਦਾਂ 18 ਆਰਗਨ ਦਾ ਅਟੋਮਿਕ ਨੰਬਰ ਹੈ, 19 ਪੋਟਾਸ਼ੀਅਮ ਦਾ। ਮੈਂ ਤੁਹਾਨੂੰ ਕਿਹਾ ਕਿ ਅੱਜ ਤੁਹਾਡਾ ਹੋਮਵਰਕ ਇਹ ਹੈ ਕਿ ਤੁਸੀਂ 20 ਦੇ 20 ਅਟੋਮਿਕ ਨੰਬਰ ਉਸ ਟਿਪਸ ਐਂਡ ਟ੍ਰਿਕਸ 'ਚੋਂ ਯਾਦ ਕਰਨੇ ਆ,
ठीक है। उन्हें की कीता जी, सही तरह रखते क्योंकि उन्हें एटॉमिक नंबर के आधार पर रखे सी। हुण मैं गल करांगी आधुनिक वरती सारना विच नोबल गैसां दी। बेटा आधुनिक वरती सारनी च नोबल गैसां जिहड़ियां अकिरियाशील गैसां है ਅਤੇ ਉਹਨਾਂ ਨੂੰ ਸਪਸ਼ਟ ਤੌਰ ਤੇ ਵੱਖ ਕੀਤਾ ਗਿਆ। ठीक है, ਉਹਨਾਂ ਨੂੰ ਕੋਈ ਮਤਲਬ ਨਹੀਂ ਸੀ ਇਹਨਾਂ ਨੂੰ ਇਕੱਠੇ ਰੱਖਣ ਦਾ। ਪਰ ਮੈਂਡਲੀਫ ਚ ਇਦਾਂ ਦਾ ਨਹੀਂ ਸੀ। ਜਿਹੜਾ ਆਧੁਨਿਕ ਵਰਤੀ ਸਾਰਣੀ ਨੂੰ ਸੀ ਉਹ ਇਹਨੇ ਕਲੀਅਰ ਕਰਤਾ। ਉਹਨੇ ਜਿਹੜੀ ਅਕਿਰਿਆਸ਼ੀਲ ਗੈਸਾਂ ਉਹਨਾਂ ਨੂੰ ਬਿਲਕੁਲ ਅਲੱਗ-ਅਲੱਗ ਰੱਖ ਦਿੱਤਾ। ठीक है, आधुनिक वरती सारणी ये स्पष्ट करती है कि तत्तां दे गुणां विच अवर्तता क्यों हुंदी है, पीरियोडिसिटी क्यों हुंदी है, क्यों गुण रिपीट करते हैं, की कारण है। पर जबकि मैंडलीफ की गल करा तो उन्हें गल कोई इन्नी वधिया क्लीयर नहीं की सी। एक क्वेश्चन मैं इत्थे छड्डिया सी, उदों मैं क्वेश्चन क्लीयर नहीं कर पाई सी तुहानूं, पर हुण मैं तुहानूं एक क्वेश्चन क्लीयर करना चाहनी हाँ। क्वेश्चन है कि तुहाडे विचार अनुसार नोबल गैसां नूं वखरे ग्रुप विच क्यों रखिया गया। बेटा नोबल गैसां नूं वखरे ग्रुप विच रखना, सारे तत्तां विचों नोबल गैसां हीलीयम, नियोन, आर्गन, क्रिप्टॉन अते जीनॉन अकिरियाशील है। इहदा भी मैं बहुत अच्छा कोड याद कराया होया है ਤੁਹਾਨੂੰ टिप्स एंड ट्रिक्स ਦੇ ਵਿੱਚ ਅੱਜ ਤੁਸੀਂ याद करना है। ठीक है, ਜਿਹੜੀ ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ ਹੈ ਨਾ, ਇਹ ਅਕਿਰਿਆਸ਼ੀਲ ਹੈ। ਅਕਿਰਿਆਸ਼ੀਲ मतलब ਇੱਦਾਂ बेटा कि ਜੇ मैं ਤੁਹਾਨੂੰ ਹੀਲੀਅਮ ਦੀ ਗੱਲ ਕਰਾਂ ਤੇ ਉਹਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ 2 है, यानी ਉਹ ਸਟੇਬਲ है। ठीक है ना, ਉਹਦਾ ਬਾਹਰਲਾ ਸ਼ੈਲ ਭਰਿਆ ਹੋਇਆ है। ਜੇ ਮੈਂ ਨਿਓਨ ਦੀ ਗੱਲ ਕਰਾਂ Ne ਤੇ ਉਹਦੀ ਜਿਹੜੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੈ 2-8 है, ਉਹ ਵੀ ਸਟੇਬਲ है। ਇਹ ਜਦੋਂ ਅਸੀਂ ਸਟੇਬਲ ਹੋ ਜਾਂਦੇ ਹਾਂ ਉਦੋਂ ਅਸੀਂ ਅਕਿਰਿਆਸ਼ੀਲ ਹੋ ਜਾਂਦੇ ਹਾਂ। ਅਸੀਂ ਕਹਿੰਦੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਅਸੀਂ ਕੋਈ ਰਿਐਕਸ਼ਨ ਨਹੀਂ ਦੇਣਾ ਕਿਸੇ ਗੱਲ ਤੇ ਜਿਹੜੇ ਨੋਬਲ ਗੈਸਿਸ ਹੈ ਉਹ ਯੋਗਿਕ ਬਣਾਉਣ ਲਈ ਪੂਰੀ ਤਰ੍ਹਾਂ ਅਸਮਰਥ ਹੈ। ਇਸ ਪਿੱਛੇ ਮੁੱਖ ਕਾਰਨ ਇਹ ਹੁੰਦਾ ਹੈ ਕਿ ਇਹਨਾਂ ਦਾ ਬਾਹਰੀ ਸ਼ੈਲ ਵਿੱਚ ਕੋਈ ਆਜ਼ਾਦ ਇਲੈਕਟ੍ਰੋਨ ਨਹੀਂ ਹੈ। ਕੁਐਸਚਨ ਕੀ ਸੀ ਕਿ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਕਿਉਂ ਰੱਖਿਆ ਗਿਆ। ਸਭ ਤੋਂ ਪਹਿਲੇ ਤਾਂ ਉਹ ਅਕਿਰਿਆਸ਼ੀਲ ਹੁੰਦੀਆਂ ਨੇ, ਯੋਗਿਕ ਨਹੀਂ ਬਣਾ ਸਕਦੀਆਂ ਕਿਉਂਕਿ ਉਹਨਾਂ ਦੇ ਬਾਹਰ ਕੋਈ ਆਜ਼ਾਦ ਇਲੈਕਟ੍ਰੋਨ ਨਹੀਂ ਹੁੰਦਾ। ਇਹਨਾਂ ਦਾ ਆਕਟੇਟ ਪੂਰਾ ਨਹੀਂ ਹੁੰਦਾ, ਜਿਸ ਕਰਕੇ ਇਹ ਬਹੁਤ ਸਥਿਰ ਹੁੰਦੀਆਂ। ਸਥਿਰ, ਜਦੋਂ ਤੁਸੀਂ ਸਟੇਬਲ ਹੀ ਹੋਗੇ, ਤੁਸੀਂ ਸਥਿਰ ਹੀ ਹੋਗੇ, ਉਦੋਂ ਤੁਸੀਂ ਬੋਲੋਗੇ ਹੀ ਨਹੀਂ। ਠੀਕ ਹੈ, ਇਹ ਜਿਹੜੇ ਹੈ ਇਹ ਨਾ ਤੇ ਇਲੈਕਟ੍ਰੋਨ ਲੈਂਦੀਆਂ ਨੇ ਤੇ ਨਾ ਹੀ ਛੱਡਦੀਆਂ ਨੇ, ਇਸੇ ਕਰਕੇ ਅਕਿਰਿਆਸ਼ੀਲ ਹੈ। ਅਕਿਰਿਆਸ਼ੀਲ ਹੋਣ ਦੀ ਵਜ੍ਹਾ ਨਾਲ ਇਹਨਾਂ ਨੂੰ ਆਪਾਂ ਵੱਖਰੇ ਗਰੁੱਪ ਵਿੱਚ ਰੱਖ ਦਿੱਤਾ ਕਿ ਤੁਹਾਨੂੰ ਬਾਕੀ ਪੀਰੀਓਡਿਕ ਟੇਬਲ ਨਾਲ ਜੀ ਕੋਈ ਮਤਲਬ ਨਹੀਂ ਹੈ। ਤੁਸੀਂ ਆਪਣੇ 18 ਗਰੁੱਪ 'ਚ, ਬੇਟਾ 18ਵੇਂ ਗਰੁੱਪ 'ਚ ਹੈ ਆਧੁਨਿਕ ਵਰਤੀ ਸਾਰਣੀ 'ਚ, ਜਾਂ ਉਹਨੂੰ ਜ਼ੀਰੋ ਗਰੁੱਪ ਵੀ ਆਪਾਂ ਸ਼ਾਇਦ ਕਹਿੰਦੇ ਆ। ਠੀਕ ਹੈ ਨਾ, ਤੇ ਉਹਦੇ ਵਿੱਚ ਹੈ ਇਹ ਸਾਰੇ। ठीक है ना, अगे गल करते हैं। जो एक क्वेश्चन मैं तुहाडे नाल कंपेयर किया, हुण एक क्वेश्चन मैं अज होर लवांगी, वेरी इंपॉर्टेंट क्वेश्चन। मैगनीशियम की तरह रसायनिक क्रियाशीलता दिखाने वाले जिहड़े तत्त है, तत्तां दे नाम लिखो। तुहाडी चोन दा आधार की है? मैगनीशियम। बेटा इहदे लई तो सब तो पहले तुहानूं मैगनीशियम बारे पता होना चाहिए। जे मैं गल करां तो मैगनीशियम का जिहड़ा फॉर्मूला Mg है, तो जे मैं उसकी इलैक्ट्रॉनिक कॉन्फिगरेशन यानी उसकी इलैक्ट्रॉनिक तरतीब, पहले तो उसके परमाणु अंक की गल करां तो 12, ਤੇ ਇਲੈਕਟ੍ਰੋਨਿਕ ਤਰਤੀਬ ਦੀ ਗੱਲ ਕਰਾਂ ਤੇ 2 8 2 ਹੈ। ਹੁਣ ਸਾਨੂੰ ਇਦਾਂ ਦੇ ਦੋ ਤੱਤ ਚਾਹੀਦੇ ਆ ਜਿਨ੍ਹਾਂ ਦੇ ਬਾਹਰਲੇ ਵਿੱਚ ਸਿਰਫ 2 ਇਲੈਕਟ੍ਰੋਨਸ ਹੋਣ। ਠੀਕ ਹੈ, ਹੁਣ ਆਹੀ ਸਾਰਾ ਕੁਝ ਉਹਨੇ ਲਿਖਿਆ ਹੈ ਕਿ ਆਧੁਨਿਕ ਵਰਤੀ ਸਾਰਣੀ ਅਨੁਸਾਰ ਜਿਨ੍ਹਾਂ ਤੱਤਾਂ ਦੇ ਬਾਹਰਲੀ ਸ਼ੈਲਾਂ ਦੇ ਇਲੈਕਟ੍ਰੋਨ ਬਣਤਰ ਸਮਾਨ ਹੁੰਦੀ ਹੈ ਉਹਨਾਂ ਦੇ ਗੁਣ ਵੀ ਸਮਾਨ ਹੁੰਦੇ ਨੇ। ठीक है, एक गल सानू पता लग गई कि जिहड़ी आधुनिक वरती सारणी ने कहा कि जिन्हां दे इलैक्ट्रॉन बनतर समान हुंदी है, मतलब जिहदी इदां दी होएगी जिहदे बाहरले शैल विच 2 है, उहदे गुण भी समान होणगे। मैगनीशियम दे बाहरले शैलां विच 2 इलैक्ट्रॉन हन, इसलिए वो सारे तत्त जिन्हां दे बाहरले शैल विच 2 इलैक्ट्रॉन होणगे वो मैगनीशियम वर्गियां जिहड़ियां प्रॉपर्टीज़ है वो प्रदर्शित करनगे। उदाहरण बेटा इत्थे 2 लईआं आपां। कैल्शियम, उन्हें कहा सी तुहाडी चोन दा आधार की है। साडी चोन का आधार यह है कि बाहरले शैल च जिहड़े भी असीं एलीमेंट लैने उन्हां दे बाहरले शैल च किन्ने इलैक्ट्रॉन होने चाहिए? 2। क्यों होने चाहिए? क्योंकि जिहड़ा कैल्शियम है उसकी परमाणु संख्या 20 है। जो आपां इहदी इलैक्ट्रॉनिक व्यवस्था लिखांगे तो हो जाएगा 2 8 8 2। ठीक है, उस तो बाद आपां लवांगे स्ट्रोंशियम, उसकी परमाणु संख्या जिहड़ी 38 है, ਉਹਦੀ इलैक्ट्रॉनिक व्यवस्था किद्दां हो जाएगी 2 8 8 18 2, यानी ਇਹਦੇ ਬਾਹਰਲੇ ਸ਼ੈਲ 'ਚ ਵੀ ਕਿੰਨੇ ਇਲੈਕਟ੍ਰੋਨ ਆ ਗਏ? 2। ਇਹਦਾ मतलब ਜਿਹੜੇ 2 ਐਲੀਮੈਂਟਸ ਅਸੀਂ ਚੋਣ ਕੀਤੇ ਉਹ ਸੀ ਕੈਲਸ਼ੀਅਮ ਤੇ ਸਟ੍ਰੋਂਸ਼ੀਅਮ। ਕਿਉਂ ਚੋਣ ਕੀਤੀ? ਕਿਉਂਕਿ ਉਹਨਾਂ ਦੋਨਾਂ ਦੇ ਬਾਹਰਲੇ ਸ਼ੈਲਾਂ ਵਿੱਚ ਕਿੰਨੇ ਇਲੈਕਟ੍ਰੋਨ ਹੈ? 2। ਇਸ ਲਈ ਉਹ ਮੈਗਨੀਸ਼ੀਅਮ ਵਰਗੀਆਂ ਪ੍ਰੋਪਰਟੀਜ਼ ਸ਼ੋ ਕਰਨਗੇ। ਠੀਕ ਹੈ बेटा, ਅੱਗੇ ਗੱਲ ਕਰਾਂਗੀ ਅਗਲੇ ਕੁਐਸਚਨ ਦੀ। ਨਾਂ ਲਿਖੋ। ਕਿੰਨਾ ਦੇ ਨਾਂ ਲਿਖਣੇ ਤੁਸੀਂ? 3 ਤੱਤ ਜਿਨ੍ਹਾਂ ਦੇ ਬਾਹਰੀ ਸ਼ੈਲ ਵਿੱਚ 1 ਇਲੈਕਟ੍ਰੋਨ ਹਾਜ਼ਰ ਹੈ, 2 ਤੱਤ ਜਿਨ੍ਹਾਂ ਦੇ ਬਾਹਰੀ ਸ਼ੈਲ ਵਿੱਚ 2 ਇਲੈਕਟ੍ਰੋਨ ਮੌਜੂਦ ਹੈ। बेटा 2 तत्त तो तुहाडा आंसर उपर ही हो गया,
2 ਇਲੈਕਟ੍ਰੋਨ ਮੌਜੂਦ ਹੈ ਮੈਗਨੀਸ਼ੀਅਮ 'ਚ, ਕੈਲਸ਼ੀਅਮ 'ਚ, ਸਟ੍ਰੋਂਸ਼ੀਅਮ 'ਚ। ਤੇ ਤੀਜਾ ਤੁਸੀਂ ਲਿਖਣਾ ਕਿ 3 ਤੱਤ ਜਿਨ੍ਹਾਂ ਦੇ ਬਾਹਰੀ ਸ਼ੈੱਲ ਪੂਰਾ ਭਰਿਆ ਹੋਇਆ ਹੈ। ਬੇਟਾ ਮੈਂ ਚਾਹੁੰਦੀ ਤਾਂ ਇੱਥੇ ਮੈਂ ਆਧੁਨਿਕ ਵਰਤੀ ਸਾਰਣੀ ਲਾ ਦਿੰਦੀ ਤੇ ਮੈਂ ਬੋਲੀ ਜਾਂਦੀ, ਪਰ ਤੁਹਾਨੂੰ ਤੁਸੀਂ ਪੇਪਰ 'ਚ ਜਾ ਕੇ ਕਨਫਿਊਜ਼ ਹੋ ਜਾਂਦੇ ਹੋ ਬਿਕੋਜ਼ ਤੁਹਾਨੂੰ ਕੁਐਸਚਨਸ ਦੇ ਆਨਸਰ ਹੀ ਨਹੀਂ ਆਉਂਦੇ। ਅੱਜ ਮੇਰਾ ਇਹ ਨੋਟਸ ਪੜ੍ਹਾਉਣ ਦਾ ਮਕਸਦ ਹੀ ਇਹ ਹੈ ਕਿ ਤੁਸੀਂ ਪੇਪਰ 'ਚ ਕੁਐਸਚਨ ਆ ਜਾਣ ਤਾਂ ਤੁਸੀਂ ਡਰ ਹੀ ਨਾ ਜਾਓ, ਭਾਈ ਕਿਹਦੇ 2 ਇਲੈਕਟ੍ਰੋਨ ਸੀ, ਕਿਹਦਾ 1 ਸੀ। ਇਸ ਲਈ ਮੈਂ ਤੁਹਾਨੂੰ ਇਹ ਰਟਾ ਦੇਣਾ, ਠੀਕ ਹੈ ਬੇਟਾ। 3 ਤੱਤ ਜਿਨ੍ਹਾਂ ਦੇ ਸਭ ਤੋਂ ਬਾਹਰਲੇ ਸ਼ੈੱਲ ਵਿੱਚ 1-1 ਇਲੈਕਟ੍ਰੋਨ ਹੈ। ਪਹਿਲਾ ਤਾਂ ਆ ਗਿਆ ਜੀ ਸਾਡਾ ਲੀਥੀਅਮ। ਮੈਂ ਤੁਹਾਡੇ ਕੋਲ ਕੱਲ ਕਮੈਂਟ ਸੈਕਸ਼ਨ ਦੇ ਵਿੱਚ ਸਾਰੇ ਐਲੀਮੈਂਟਸ 20 ਦੇ 20 ਲਿਖਵਾਣੇ ਆ, ਠੀਕ ਹੈ। ਫਿਰ ਮੈਂ ਅਗਲਾ ਲੈਕਚਰ ਲੈਣਾ ਹੈ ਲੀਥੀਅਮ ਇਲੈਕਟ੍ਰੋਨਿਕ ਕਨਫਿਗਰੇਸ਼ਨ। ਕੇ ਸ਼ੈੱਲ 'ਚ ਉਹਦੇ 2 ਇਲੈਕਟ੍ਰੋਨ ਹੈ, ਐਲ 'ਚ 1 ਹੈ, ਇਲੈਕਟ੍ਰੋਨਿਕ ਕਨਫਿਗਰੇਸ਼ਨ ਹੈ 2-1। सोडियम इलेक्ट्रॉनिक कॉन्फिगरेशन है 2-8-1। पोटाशियम इलेक्ट्रॉनिक कॉन्फिगरेशन है 2-8-8-1। की करना सी असी 3 एलीमेंट इदां दे लैणे सी जिन्हां दे बाहरले शैल विच 1-1 इलैक्ट्रॉन सी। अगले 2 लैणे सी जिन्हां दे बाहरले विच 2-2 इलैक्ट्रॉन सी। बेटा ये तो मैं तुहानूं पहले ही कहता ना, मैं इत्ते टाइम लाना है क्योंकि मैं बहुत लाता है। तीजा भी लिख दिंदी मैं इत्थे स्ट्रोंशियम, ठीक है। मैग्नीशियम के बाहरले शैल च उहदी इलैक्ट्रॉनिक कॉन्फिगरेशन है 2-8-2। कैल्शियम के बाहरले शैल च उहदी इलैक्ट्रॉनिक कॉन्फिगरेशन है 2-8-8-2। तीजा लिया जिन्हां ने बाहरली शैल पूरे भरे हुए सब। साडी इत्थों बहुत वड्डी जिहड़ी हुणे मैं तुहानूं समझाया किहदा बाहरला शैल पूरी तरह भरिया होया, नोबल गैसेस, ठीक है ना। इन्हां नूं 18वें ग्रुप च असीं रखिया जी। आ सारियां जिहड़ियां लिखियां जे नोबल गैसेस है। हीलियम साडा हैगा जी 2 इलैक्ट्रॉन तरतीब के शैल भाव 2। नियोन 2-8 पूरा जी शैल। अक्रियाशील तां ही है, आर्गन जी शैल पूरे ने 2-8-8। बेटा KLM इसलिए लिखा कि जो पहला शैल है उन्होंने आप के कहने, जो दूजा शैल है उन्होंने आप L कहने, तीजा M। मैनू लगता है कि इन्नी गल तो हुण तुहानूं पता लग गई होनी 10वीं च आके, ठीक है। जेडे ये मैं टॉपिक ले आ दीज आर वेरी इंपॉर्टेंट बिकॉज मैं हर जो मल्टीपल चॉइस की भी मैं गल करा पंजाब मैरिटोरियस स्टूडेंट्स तो उत्ते इदां नीचे आ सकता है विच ऑफ द फॉलोइंग हैज़ 1 इलैक्ट्रॉन इन द आउटरमोस्ट शैल, या 2 इलैक्ट्रॉन्स या पूरे ऑक्टेट इज कंप्लीट, है ना। तो उत्थे भी ये क्वेश्चंस पूछे जा सकते हैं। वेरी इंपॉर्टेंट क्वेश्चंस। ये वीडियो तुसी देखनी है तो इनू तुसी मैक्सिमम जिहड़ा है याद करन दी कोशिश करनी है। टिल दैन गुड बाय। वैन नैक्सट टॉपिक भी इहदे रिलेटेड ही लवांगी और काफ़ी क्वेश्चंस तुहानूं क्लीयर करांगी। गुड बाय बेटा।